ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅੰਕਾਰੀਆਂ, ਨਾਨਕ ਗਰਭ ਗਲੇ। ਅਸ਼ਟਪਦੀ ਜਿਸਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾਂ ਕਾ ਜੰਤ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਜੀ ਸਭ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਰੱਖੀਏ ਅਤੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਮਹਾਨ ਬਖਸ਼ਿਸ਼ ਦੇ ਨਾਲ ਭਰੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਗੱਜ ਵੱਜ ਕੇ ਸਾਰੇ ਆਖਣਾ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਹੋਈ ਹੈ, ਦਇਆ ਹੋਈ ਹੈ। 11 ਅਸ਼ਟਪਦੀਆਂ ਕੰਪਲੀਟ ਹੋਈਆਂ ਨੇ ਅਤੇ ਅੱਜ ਅਸੀਂ 12ਵੀਂ ਅਸ਼ਟਪਦੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਇਹ ਸਤਿਗੁਰੂ ਦੀ ਹੀ ਕਿਰਪਾ ਹੈ, ਰਹਿਮਤ ਹੈ, ਕਿਉਂਕਿ ਸਾਡੀ ਜ਼ੁਬਾਨ ਤੋਂ ਇਹੀ ਸ਼ਬਦ ਨਿਕਲਣਗੇ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ, ਤਰਸ ਪਿਆ ਮੇਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਅਸੀਂ ਤਾਂ ਨਿਕੰਮੇ ਹਾਂ, ਅਸੀਂ ਇਹੀ ਸਮਝਣਾ ਅਸੀਂ ਨਿਕੰਮੇ ਹਾਂ ਮਾਲਕਾ। ਜੇਕਰ ਕੋਈ ਚੰਗਾ ਕੰਮ ਹੋ ਰਿਹਾ ਹੈ ਅਤੇ ਸਤਿਗੁਰੂ ਤੁਸੀਂ ਆਪ ਕਰਵਾ ਰਹੇ ਹੋ, ਮਿਹਰ ਕਰ ਰਹੇ ਹੋ। ਔਰ ਇਹ ਦਾਸ ਦੀ ਜ਼ਿੰਦਗੀ ਦਾ ਇੱਕ ਬੜਾ ਵੱਡਾ ਪ੍ਰੋਜੈਕਟ ਹੈ ਕਿ ਜੇ ਮਾਲਕ ਜੀ ਕਿਰਪਾ ਕਰਨ, ਜਿਉਂਦਿਆਂ ਜੀ ਆਪਣੀ ਇਸ ਪਾਵਨ ਬਾਣੀ ਜਿਹੜੀ ਸੁਖਮਨੀ ਸਾਹਿਬ ਹੈ ਉਹਦੀ ਵਿਚਾਰ ਕੰਪਲੀਟ ਕਰਵਾ ਲੈਣ, ਕਿਉਂਕਿ ਬਹੁਤ ਦੂਰ ਤੱਕ ਆਪਾਂ ਅਜੇ ਜਾਣਾ ਇਸ ਵਿਚਾਰ ਨੂੰ ਸਮਝਣ ਦੇ ਲਈ। ਔਰ ਸੱਚ ਜਾਣਿਓ, ਬਹੁਤ ਸਾਰੇ ਦਾਸ ਦੇ ਵੀ ਭੁਲੇਖੇ ਸਨ ਜਿਹੜੇ ਇਸ ਪਾਵਨ ਬਾਣੀ ਦੇ ਜ਼ਰੀਏ ਖਤਮ ਹੋ ਰਹੇ ਨੇ। ਹੁਣ ਤੱਕ ਬੜੀਆਂ ਐਸੀਆਂ ਧਾਰਨਾਵਾਂ ਬਣੀਆਂ ਸਨ ਜਿਹੜੀਆਂ ਗਲਤ ਸਨ, ਉਹ ਖਤਮ ਹੋ ਰਹੀਆਂ ਨੇ। ਕਿਉਂਕਿ ਡੀਪਲੀ ਜਾ ਕੇ ਜਦੋਂ ਆਪਾਂ ਇਸ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ ਤਾਂ ਬਹੁਤ ਕੁਝ ਸਿੱਖਣ ਨੂੰ ਨਿਤ ਨਵਾਂ ਮਿਲ ਰਿਹਾ। ਇਹ ਨਹੀਂ ਕਿ ਇਕੱਲਾ ਤੁਸੀਂ ਸਿੱਖ ਰਹੇ ਹੋ, ਇਹ ਸੱਚ ਹੈ ਪਿਆਰਿਓ ਕਿ ਦਾਸ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇਸ ਪਾਵਨ ਬਾਣੀ ਦੇ ਥਰੂ। ਸੋ ਪਿਆਰਿਓ, ਸਤਿਗੁਰੂ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ। 12ਵੀਂ ਅਸ਼ਟਪਦੀ ਜਿਹੜੀ ਹੈ, 12ਵੀਂ ਅਸ਼ਟਪਦੀ ਵਿੱਚ ਅਸੀਂ ਪ੍ਰਵੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਹਾਡੇ ਚਰਨਾਂ ਵਿੱਚ ਸੀਸ ਨਵਾ ਕੇ ਧੰਨਵਾਦ, ਸ਼ੁਕਰ, ਆਪਣਾ ਮਿਹਰ ਭਰਿਆ ਹੱਥ ਆਪਣੇ ਬੱਚੇ ਦੇ ਸਿਰ 'ਤੇ ਰੱਖਿਓ। ਅੱਜ ਦੀ ਜਿਹੜੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਮੇਨ ਗੱਲ ਸਤਿਗੁਰੂ ਨੇ ਹੰਕਾਰ ਦੀ ਕੀਤੀ ਹੈ ਕਿ ਹੰਕਾਰ ਇੱਕ ਵਾਕਈ ਬੜੀ ਮਾੜੀ ਚੀਜ਼ ਹੈ। ਪਰਮਾਤਮਾ ਨੇ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੈਦਾ ਕੀਤੇ ਨੇ ਕਿਸੇ ਕੰਮ ਲਈ, ਪਰ ਹੰਕਾਰ ਜੇ ਸਵੈਮਾਨ ਲਈ ਵਰਤਿਆ ਜਾਵੇ, ਸਿਰ ਉੱਚਾ ਕਰਕੇ ਜਿਉਣ ਲਈ ਵਰਤਿਆ ਜਾਵੇ, ਇੱਜ਼ਤ ਲਈ ਵਰਤਿਆ ਜਾਵੇ, ਫਿਰ ਤਾਂ ਹੰਕਾਰ ਚੰਗਾ ਹੈ। ਪਰ ਹੰਕਾਰ ਜਦੋਂ ਕਿਸੇ ਨੂੰ ਨੀਵਾਂ ਵਿਖਾਉਣ ਲਈ ਵਰਤਿਆ ਜਾਏ, ਕਿਸੇ 'ਤੇ ਜ਼ੁਲਮ ਕਰਨ ਲਈ ਵਰਤਿਆ ਜਾਏ, ਕਿਸੇ ਦੀ ਦਾੜੀ ਪੁੱਟਣ ਜਾਂ ਪੱਗ ਲਾਹੁਣ ਦੇ ਲਈ ਵਰਤਿਆ ਜਾਏ, ਤਾਂ ਉਹ ਹੰਕਾਰ ਮਾੜਾ ਹੈ। ਐਗਜ਼ੈਂਪਲ ਤੁਹਾਡੇ ਸਨਮੁਖ ਹੈ, ਮੈਂ ਦੱਸ ਦੇਣਾ। ਦੇਖੋ, ਇੱਕ ਭਲਵਾਨ ਹੈ, ਉਹਦੇ ਕੋਲ ਤਾਕਤ ਹੈ, ਪਰਮਾਤਮਾ ਨੇ ਦਿੱਤੀ। ਜੇ ਉਹਦੇ ਕੋਲ ਪਾਵਰ ਹੈ, ਸ਼ਕਤੀ ਹੈ, ਤਾਕਤ ਹੈ, ਤਾਂ ਉਹ ਆਪਣੀ ਤਾਕਤ ਦਾ ਇਸਤੇਮਾਲ ਕਿਸੇ ਚੰਗੇ ਕੰਮ ਲਈ ਵੀ ਕਰ ਸਕਦਾ ਹੈ। ਪਰ ਜੇਕਰ ਉਹ ਆਪਣੇ ਪਿੰਡ ਜਾਂ ਗਲੀ ਮੁਹੱਲੇ ਦੇ ਵਿੱਚ ਆਪਣੀ ਤਾਕਤ ਦਾ, ਜ਼ੋਰ ਦਾ ਅਜਮਾਇਸ਼ ਕਰਦਾ ਫਿਰੇ, ਆਪਣੀ ਤਾਕਤ ਦੀ, ਜੇਕਰ ਆਪਣੇ ਕਿਸੇ ਗਲੀ ਮੁਹੱਲੇ ਵਿੱਚ ਆਪਣੀ ਤਾਕਤ ਦੀ ਅਜਮਾਇਸ਼ ਕਰਦਾ ਫਿਰੇ ਅਤੇ ਕਹੇ ਵੀ ਮੇਰੇ ਤੋਂ ਜ਼ਿਆਦਾ ਕੋਈ ਵੱਡਾ ਤਾਕਤਵਰ ਨਹੀਂ, ਅਤੇ ਆਪਣੇ ਡੋਲਿਆਂ ਦਾ, ਆਪਣੀ ਛਾਤੀ ਦਾ ਜ਼ੋਰ ਵਿਖਾ ਕੇ ਕਿਸੇ ਨਾਲ ਧੱਕਾ ਕਰੇ, ਤਾਂ ਫਿਰ ਉਹ ਹੰਕਾਰ ਵਿੱਚ ਹੈ। ਇੱਕ ਬੜਾ ਵੱਡਾ ਯੋਧਾ ਜਿਹਨੂੰ ਤਲਵਾਰ ਚਲਾਉਣੀ ਆਉਂਦੀ ਹੈ, ਸ਼ਸਤਰ ਚਲਾਉਣੇ ਆਉਂਦੇ ਨੇ, ਕੁਝ ਵੀ ਕਰ ਸਕਦਾ ਹੈ ਉਹ,
ਜੇਕਰ ਉਹ ਆਪਣੀ ਦੇਸ਼ ਧਰਮ ਕੌਮ ਲਈ ਚੰਗੇ ਕੰਮ ਲਈ ਸ਼ਹੀਦ ਹੋਵੇ ਫਿਰ ਤਾਂ ਠੀਕ ਹੈ, ਪਰ ਜੇਕਰ ਉਹ ਮਾੜੇ ਕੰਮ ਕਰਦਾ ਹੋਇਆ ਮਰ ਜਾਏ ਹੰਕਾਰ ਵਿੱਚ ਤਾਂ ਲੋਕ ਉਹਨੂੰ ਨਿਕੰਮਾ ਹੀ ਜਾਣਦੇ ਨੇ। ਸੋ ਪਿਆਰਿਓ, ਹੰਕਾਰ ਹੈ ਹੀ ਮਾੜਾ। ਇਹੀ ਗੱਲ ਸਿੱਖ ਇਤਿਹਾਸ ਵਿੱਚ ਲਿਖੀ ਹੋਈ ਮਿਲਦੀ ਹੈ, ਜਿਹੜੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੂੰ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਕਹੀ ਸੀ ਪ੍ਰਿਥੀ ਚੰਦ ਨੂੰ ਕਿ ਪ੍ਰਿਥੀ ਚੰਦ, ਤੂੰ ਹੰਕਾਰ ਵਿੱਚ ਆ ਕੇ ਗਲਤ ਕੰਮ ਕਰ ਰਿਹਾ। ਇਸ ਲਈ ਭਾਈ ਗੁਰਦਾਸ ਸਾਹਿਬ ਨੇ ਪ੍ਰਿਥੀ ਚੰਦ ਨੂੰ ਮੀਣਾ ਤੱਕ ਕਹਿ ਦਿੱਤਾ ਸੀ। ਇਸ ਲਈ ਹੰਕਾਰ ਵਿੱਚ ਆਏ ਰਾਮ ਰਾਏ ਨੂੰ ਪ੍ਰਿਥੀ ਚੰਦ ਨੂੰ ਗਲਤ ਦੱਸਿਆ। ਹੰਕਾਰ ਵਿੱਚ ਆ ਕੇ ਧੀਰਮਲ ਨੇ ਛੀਏ ਮਸੰਦ ਦੇ ਥਰੂ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗੋਲੀ ਤੱਕ ਵੀ ਚਲਵਾ ਦਿੱਤੀ ਸੀ। ਇਹ ਅਸੀਂ ਸਾਰੇ ਜਾਣਦੇ ਹਾਂ ਚੰਗੀ ਤਰ੍ਹਾਂ। ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਬਾਲ ਵੀ ਬਾਂਕਾ ਨਾ ਹੋਇਆ ਤੇ ਲਾਹਣਤਾਂ ਕਿਹਨਾਂ ਨੂੰ ਪਈਆਂ ਆਪਾਂ ਜਾਣਦੇ ਹਾਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪੁੱਤਰ ਨੇ ਆ ਕੇ ਲੱਤ ਕੱਢ ਮਾਰੀ ਸੀ, ਲੇਕਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਪੈਰ ਫੜ ਕੇ ਇਹ ਗੱਲ ਕਹਿੰਦੇ ਨੇ ਕਿਤੇ ਤੇਰੇ ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ। ਵੇਖੋ, ਹੰਕਾਰ ਜਿਹੜਾ ਹੁੰਦਾ ਨਾ, ਇਹ ਸਵੈਮਾਨ ਲਈ ਹੈ। ਹੰਕਾਰ ਮਾੜੀ ਛੈ ਨਹੀਂ, ਮਾੜੀ ਤਾਕਤ ਨਹੀਂ। ਸਵੈਮਾਨ ਨਾਲ ਜੀਓ, ਸਿਰ ਉੱਚਾ ਕਰਕੇ ਜੀਓ। ਸਾਡੇ ਗੁਰੂ ਨੇ ਤਾਂ ਇਹੀ ਸਿਖਾਇਆ ਸਾਨੂੰ, ਇਹੀ ਦੱਸਿਆ ਕਿ ਨਾ ਡਰਨਾ, ਨਾ ਡਰਾਉਣਾ, ਨਾ ਝੁਕਣਾ, ਨਾ ਝੁਕਾਉਣਾ। ਤੇ ਜੇਕਰ ਕੋਈ ਬੰਦਾ ਤੁਹਾਡੇ ਤੇ ਜ਼ੁਲਮ ਕਰਦਾ ਤੇ ਉਹਦੇ ਖਿਲਾਫ ਖੜੇ ਹੋਣਾ। ਕੋਈ ਤੁਹਾਡੇ ਸਵੈਮਾਨ ਨੂੰ ਠੇਸ ਪਹੁੰਚਾਉਂਦਾ ਤੇ ਉਹਦੇ ਖਿਲਾਫ ਖੜੇ ਹੋਵੋ। ਪਰ ਹੰਕਾਰ ਦੇ ਵਿੱਚ ਆ ਕੇ ਕਦੇ ਗਲਤ ਕੰਮ ਨਾ ਕਰਿਓ, ਰੱਬ ਮਾਫ ਨਹੀਂ ਕਰਦਾ। ਸਦੀਆਂ ਪੁਰਾਣੀਆਂ ਗੱਲਾਂ ਆਪਾਂ ਯਾਦ ਕਰਦੇ ਹਾਂ। ਹਰਨਾਕਸ਼ ਨੇ ਵੀ ਹੰਕਾਰ ਕੀਤਾ ਸੀ, ਪ੍ਰਹਿਲਾਦ ਨੇ ਉਹਨੂੰ ਸਮਝਾਇਆ, ਲੇਕਿਨ ਸਜ਼ਾ ਬਾਅਦ 'ਚ ਕੀ ਮਿਲੀ ਹਰਨਾਕਸ਼ ਨੂੰ ਆਪਾਂ ਜਾਣਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਬਾਬਾ ਨਾਮਦੇਵ ਸਾਹਿਬ ਦੀ ਵੀ ਗੱਲ ਆਈ ਕਿ ਜਿਹੜੇ ਹੰਕਾਰੀ ਸਨ, ਨਿੰਦਕ ਸਨ, ਉਹਨਾਂ ਨੂੰ ਰੱਬ ਨੇ ਪਿੱਠ ਕੀਤੀ ਤੇ ਨਾਮਦੇਵ ਵੱਲ ਮੂੰਹ ਕੀਤਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ। ਮੈਂ ਇੱਕ ਐਸੇ ਪ੍ਰਮਾਤਮਾ ਦੀ ਪੂਜਾ ਕਰਦਾ, ਅੰਤ ਲਏ ਛਡਾਇਆ, ਜਿਹੜਾ ਹਰ ਵਕਤ ਰੱਖਿਆ ਕਰਦਾ ਤੇ ਅੰਤ ਵਕਤ ਜਦੋਂ ਕੋਈ ਸੰਗੀ ਸਾਥੀ ਨਾ ਹੋਵੇ ਉਦੋਂ ਵੀ ਉਹੀ ਸਹਾਇਤਾ ਕਰੇ। ਪਿਆਰਿਓ, ਗੱਲ ਕੇਵਲ ਇੰਨੀ ਕੁ ਹੈ, ਹੰਕਾਰ ਨਹੀਂ ਕਰਨਾ। ਜੋ ਅੱਜ ਦੀ ਗੱਲ ਹੈ ਇਹ ਪੱਲੇ ਬੰਨਣੀ ਆਪਾਂ। ਜੋ ਸੁਖਮਨੀ ਸਾਹਿਬ ਪੜ੍ਹਦੇ ਨੇ ਮਾਈ ਭਾਈ, ਆਓ ਇਹਨਾਂ ਬਚਨਾਂ ਨੂੰ ਪੱਲੇ ਬੰਨੀਏ। ਸ਼ਲੋਕ, ਸੁਖੀ ਬਸੈ ਮਸਕੀਨੀਆਂ। ਸੁਖੀ ਕੌਣ ਹੈ? ਮਸਕੀਨੀਆਂ। ਮਸਕੀਨੀਆਂ ਦਾ ਮਤਲਬ ਹੈ ਗਰੀਬੀ ਸੁਭਾਅ ਵਾਲਾ ਬੰਦਾ, ਨਿਮਰਤਾਵਾਨ ਇਨਸਾਨ, ਜਿਹੜਾ ਨਿਵ ਕੇ ਚੱਲਦਾ, ਨਿਮਰਤਾ ਵਿੱਚ ਚੱਲਦਾ, ਹਲੀਮੀ 'ਚ ਚੱਲਦਾ, ਹੰਕਾਰ ਨਹੀਂ ਕਰਦਾ, ਉਹ ਸੁਖੀ ਹੀ ਵਸਦਾ। ਇਹ ਸੱਚ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਆਪਾ ਭਾਵ ਵਾਰ ਦਿੰਦਾ, ਭਾਵ ਕਿ ਨੀਵਾਂ ਹੋ ਕੇ ਵਸਦਾ ਤੇ ਗਰੀਬੀ ਸੁਭਾਅ ਕਰਕੇ ਆਪਣਾ ਜਿਹੜਾ ਹੰਕਾਰ ਹੈ ਉਹਨੂੰ ਦੂਰ ਕਰ ਦਿੰਦਾ। ਈਗੋ ਮਨ ਵਿੱਚ ਨਹੀਂ ਰੱਖਦਾ, ਹੰਕਾਰ ਨਹੀਂ ਰੱਖਦਾ। ਸੁਖੀ ਬਸੈ ਮਸਕੀਨੀਆਂ, ਜਿਹੜੇ ਕਹਿੰਦੇ ਆਪਾਂ ਬੜੇ ਦੁਖੀਆਂ, ਪੱਲੇ ਬੰਨ੍ਹ ਲਿਓ। ਸੁਖੀ ਕਦੋਂ ਹੋਵੋਗੇ? ਜਦੋਂ ਹੰਕਾਰ ਨਾ ਕਰੋਗੇ, ਗਰੀਬੀ ਸੁਭਾਅ ਵਿੱਚ ਜੀਓਗੇ, ਨਿਮਰਤਾ ਵਿੱਚ ਜੀਓਗੇ। ਭਾਈ ਲਾਲੋ ਨੂੰ ਐਵੇਂ ਥੋੜ੍ਹੀ ਮਾਣ ਮਿਲਿਆ ਤੇ ਹੰਕਾਰੀ ਮਲਕ ਭਾਗੂ ਨੂੰ ਐਵੇਂ ਨਹੀਂ ਤਿਰਸਕਾਰ ਮਿਲਿਆ, ਇਸੇ ਲਈ ਸੀ। ਸੁਖੀ ਬਸੈ ਮਸਕੀਨੀਆਂ, ਸੁਖੀ ਉਹੀ ਵਸਦੇ ਨੇ ਜਿਹੜੇ ਮਸਕੀਨ ਨੇ, ਭਾਵ ਗਰੀਬੀ ਸੁਭਾਅ ਵਿੱਚ, ਨਿਮਰਤਾ ਵਿੱਚ, ਹਲੀਮੀ 'ਚ ਰਹਿਣ ਵਾਲੇ, ਸਾਦਾ ਜੀਵਨ ਬਤੀਤ ਕਰਨ ਵਾਲੇ, ਕਦੀ ਕਿਸੇ ਦਾ ਨੁਕਸਾਨ ਨਾ ਕਰਨ ਵਾਲੇ, ਕਦੇ ਲਹੂ ਨਾ ਕਰਨ ਵਾਲੇ, ਕਦੇ ਲੁਫੂ ਨਾ ਕਰਨ ਵਾਲੇ, ਪਰ ਹਮੇਸ਼ਾ ਰੱਬ ਦੇ ਭਾਣੇ ਵਿੱਚ ਰਾਜੀ ਰਹਿਣਾ, ਨਿਮਰਤਾ ਸੁਭਾਅ ਵਿੱਚ ਰਹਿਣਾ। ਉਹਨਾਂ ਨੂੰ ਹੀ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿਮਲਾ ਤੂੰ ਮਾਨ ਨਾ ਕਰੀ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ, ਆਪਣਾ ਭਾਵ ਦੂਰ ਕਰ ਦਿੰਦੇ ਨੇ। ਤਲੇ ਦਾ ਮਤਲਬ ਹੈ ਕਿ ਨੀਵੇਂ ਹੋ ਕੇ ਚੱਲਦੇ ਨੇ, ਨਿਮਰਤਾਵਾਨ ਹੋ ਕੇ ਚੱਲਦੇ ਨੇ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਪਰ ਜਿਹੜੇ ਬੜੇ ਵੱਡੇ ਹੰਕਾਰੀ ਨੇ, ਜਿਹੜੇ ਹੰਕਾਰ ਵਿੱਚ ਜਿਉਂਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਹੰਕਾਰ ਵਿੱਚ ਹੀ ਗਲ ਜਾਂਦੇ ਨੇ। ਜਿਵੇਂ ਜੰਗਾਲ ਲੱਗ ਜਾਂਦਾ ਨਾ ਲੋਹੇ ਨੂੰ ਜੰਗਾਲ ਲੱਗ ਜਾਏ ਤੇ ਉਹਦਾ ਲੋਹੇ ਦਾ ਲੱਗਾ ਹੋਇਆ ਜੰਗਾਲ ਹੀ ਲੋਹੇ ਨੂੰ ਖਾ ਜਾਂਦਾ। ਐਨ ਇਸੇ ਤਰ੍ਹਾਂ ਪਿਆਰਿਓ, ਹੰਕਾਰੀ ਮਨੁੱਖ ਨੂੰ ਉਹਦਾ ਹੰਕਾਰ ਹੀ ਗਾਲ ਦਿੰਦਾ। ਹੰਕਾਰੀ ਇਨਸਾਨ ਨੂੰ ਉਹਦਾ ਹੰਕਾਰ ਹੀ ਮਾਰ ਦਿੰਦਾ।
ਪੀਰ ਬੁੱਧੂ ਸ਼ਾਹ ਨੇ ਆਪਣੇ ਸਾਲੇ ਨੂੰ ਗੱਲ ਕਹੀ ਸੀ, ਪਿਆਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦਾ ਭਲਾ ਕਰਨ ਵਾਲੀ ਸ਼ਖਸੀਅਤ ਹੈ, ਜਿਨ੍ਹਾਂ ਦਾ ਸਿਰ ਵੱਢਣ ਦੀ ਤੂੰ ਗੱਲ ਕਰਦਾ। ਆਖਰਕਾਰ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਰੂਪ ਵੇਖਿਆ ਤੇ ਆਪਣਾ ਵੀ ਉਹਨੇ ਸੀਸ ਜਿਹੜਾ ਸੀ ਉਹ ਨਿਵਾ ਦਿੱਤਾ ਸੀ। ਸੂਬੇ ਦੀ ਕਚਹਿਰੀ ਵਿੱਚ ਵੀ ਇਹੀ ਗੱਲ ਸੁੱਚਾ ਨੰਦ ਨੂੰ ਕਹੀ ਸੀ। ਸਾਹਿਬਜ਼ਾਦਿਆਂ ਨੇ, ਸੁੱਚਿਆ ਤੂੰ ਨਾਮ ਦਾ ਹੀ ਸੁੱਚਾ ਹੈ, ਲੇਕਿਨ ਸਭ ਤੋਂ ਵੱਡੀ ਤੂੰ ਝੂਠ ਹੈ, ਤੇ ਹਿੰਦੂ ਧਰਮ ਦੇ ਸਿਰ ਤੇ ਤੇਰੇ ਵਰਗੇ ਗਦਾਰ ਕਲੰਕ ਨੇ, ਜਿਨ੍ਹਾਂ ਦੇ ਲਈ ਸਾਡੇ ਪਿਤਾ ਸਾਡੇ ਸਿੱਖ ਰਾਤ ਦਿਨ ਲੜਦੇ ਫਿਰਦੇ ਨੇ, ਕਿਉਂਕਿ ਤੁਹਾਡੇ ਤੇ ਹੁੰਦਾ ਹੋਇਆ ਜ਼ੁਲਮ ਵੇਖ ਕੇ ਸਾਥੋਂ ਜਿਹੜਾ ਉਹ ਰਿਹਾ ਨਹੀਂ ਜਾਂਦਾ, ਤੇ ਤੂੰ ਸਾਨੂੰ ਹੀ ਮਾਰਨ ਦੀਆਂ ਗੱਲਾਂ ਕਰਦਾ, ਤੇ ਗੁਰੂ ਸਾਡੇ ਨੂੰ ਸੱਪ ਤੇ ਸਾਨੂੰ ਸਪੋਲੀਏ ਦੱਸਦਾ। ਆਪਣੀ ਜ਼ੁਬਾਨ ਤੇ ਕੰਟਰੋਲ ਲਾ, ਸਿਰ ਨੀਵਾਂ ਕਰਕੇ ਚੱਲੇਗਾ ਤੇ ਜ਼ਿੰਦਗੀ ਸੌਖੀ, ਜੇ ਉੱਚਾ ਕਰਕੇ ਚੱਲੇਗਾ ਤੇ ਸ਼ਾਇਦ ਤੇਰਾ ਸਿਰ ਵੀ ਵੱਢਿਆ ਜਾਏ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੱਦਾਂ ਘਸੀਟ ਕੇ ਮਾਰਿਆ, ਦੁਨੀਆ ਜਾਣਦੀ ਹੈ। ਹੰਕਾਰੀਆਂ ਨੂੰ ਉਹਨਾਂ ਦਾ ਹੰਕਾਰ ਮਾਰਦਾ, ਇਸ ਲਈ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਨੂੰ ਉਹਦਾ ਪਾਪ ਮਾਰਦਾ। ਇੰਦਰਾ ਨੂੰ ਵੀ ਇਹੀ ਹੰਕਾਰ ਹੋ ਗਿਆ ਸੀ ਕਿ ਮੈਂ ਇਹਨਾਂ ਦਾ ਅਕਾਲ ਤਖਤ ਢਵਾ ਦਿੱਤਾ, ਦਰਬਾਰ ਸਾਹਿਬ ਢਵਾ ਦਿੱਤਾ, ਮੈਂ ਇਹਨਾਂ ਦੇ ਲੱਖਾਂ ਲੋਕ ਮਰਵਾ ਦਿੱਤੇ ਤੇ ਸ਼ਾਇਦ ਮੇਰਾ ਕੋਈ ਵਾਲ ਨਹੀਂ ਬਾਂਕਾ ਕਰ ਸਕੇਗਾ। ਪਰ ਭਲਿਓ ਰੱਬ ਦੇ ਘਰ ਦੇ ਵਿੱਚ ਦੇਰ ਹੈ, ਅੰਧੇਰ ਨਹੀਂ। ਫਿਰ ਉਹਦੇ ਨਾਲ ਜੋ ਹੋਇਆ ਅਸੀਂ ਸਾਰੇ ਹੀ ਜਾਣਦੇ ਹਾਂ। ਉਹਦੇ ਤੋਂ ਬਾਅਦ ਰਾਜੀਵ ਗਾਂਧੀ ਆਇਆ, ਉਹਨੇ ਵੀ ਇਹ ਗੱਲ ਕਹੀ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ। ਬਾਅਦ ਵਿੱਚ ਰੱਬ ਦੇ ਘਰ ਵਿੱਚ ਉਹਦਾ ਕੀ ਇਨਸਾਫ ਹੋਇਆ ਆਪਾਂ ਸਾਰੇ ਜਾਣਦੇ ਹਾਂ। ਮੈਂ ਪਹਿਲਾਂ ਵੀ ਕਿਹਾ ਸੀ, ਬੇਅੰਤੇ ਬੁੱਚੜ ਨੇ ਜੇ ਗਲਤ ਕੰਮ ਕੀਤੇ ਤਾਂ ਭਾਈ ਦਿਲਾਵਰ ਸਿੰਘ ਨੇ ਉਹਦਾ ਜੋ ਅਸਰ ਕੀਤਾ ਆਪਾਂ ਸਾਰੇ ਜਾਣਦੇ ਹਾਂ। ਭੁੱਲੀ ਹੋਈ ਗੱਲ ਨਹੀਂ ਕਿਤੇ। ਨੇਕ ਕੰਮਾਂ ਦੇ ਨੇਕ ਫਲ ਤੇ ਬੁਰਿਆਂ ਕੰਮਾਂ ਦੇ ਬੁਰੇ ਫਲ ਹੁੰਦੇ ਨੇ। ਹੰਕਾਰੀਆਂ ਦੇ ਹੰਕਾਰ ਹੀ ਤੋੜਦਾ ਹੈ। ਹੰਕਾਰੀ ਹੰਕਾਰ ਵਿੱਚ ਗਲ ਕੇ ਜੀਵਨ ਖਤਮ ਕਰ ਲੈਂਦੇ ਨੇ। ਇਸ ਗੱਲ ਨੂੰ ਪੱਲੇ ਬੰਨਿਓ। ਤੇ ਅਸ਼ਟਪਦੀ ਆਰੰਭ ਹੁੰਦੀ ਹੈ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਜਿਹੜੇ ਬੰਦੇ ਨੂੰ ਤਾਕਤ ਮਿਲ ਜਾਏ, ਕੁਰਸੀ ਮਿਲ ਜਾਏ, ਉਹ ਆਪਣੇ ਕੁਰਸੀ ਦੇ ਹੰਕਾਰ ਵਿੱਚ, ਮਾਣ ਦੇ ਵਿੱਚ ਫੁੱਲਿਆ ਨਾ ਸਮਾਵੇ ਵੀ ਮੈਂ ਕੁਝ ਵੀ ਕਰ ਸਕਦਾ, ਮੈਂ ਕੁਝ ਵੀ ਕਰ ਸਕਦਾ। ਹੁੰਦੇ ਨੇ ਨਾ, ਅੱਜ ਵੀ ਉਹੀ ਕੁਝ ਹੋ ਰਿਹਾ ਵੀ ਮੈਂ ਇਹ ਕਰ ਸਕਦਾ, ਉਹ ਕਰ ਸਕਦਾ। ਕੁਰਸੀ ਦੇ ਮਾਣ ਵਿੱਚ ਆ ਕੇ ਵੇਖੋ, ਜਦੋਂ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ ਨਾ, ਕੁਰਸੀ ਦਿੱਤੀ ਹੈ, ਤਾਂ ਉਹਦਾ ਗਲਤ ਫਾਇਦਾ ਨਾ ਚੱਕੋ, ਨਜਾਇਜ਼ ਫਾਇਦਾ ਨਾ ਉਠਾਓ, ਉਹਦਾ ਕੋਈ ਚੰਗਾ ਕੰਮ ਕਰੋ ਉਹਦੇ ਤੋਂ। ਜੇ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ, ਉਸ ਤਾਕਤ ਤੋਂ ਚੰਗੇ ਕੰਮ ਵੀ ਤਾਂ ਕਰ ਸਕਦੇ ਹੋ। ਪਰ ਜੇਕਰ ਕੋਈ ਬੰਦਾ ਜਿਸ ਕੇ ਅੰਤਰ ਰਾਜ ਅਭਿਮਾਨ, ਰਾਜ ਦਾ ਹੰਕਾਰ ਪੈਦਾ ਹੋ ਜਾਏ ਵੀ ਮੈਂ ਬੜਾ ਵੱਡਾ ਤਾਕਤਵਰ ਹੋ ਗਿਆ, ਮੈਨੂੰ ਕੁਰਸੀ ਮਿਲ ਗਈ, ਮੈਂ ਸਭ ਕੁਝ ਹੀ ਕਰ ਸਕਦਾ, ਤੇ ਗੁਰੂ ਅਰਜਨ ਸਾਹਿਬ ਕਹਿੰਦੇ, ਹੁਣ ਇਹ ਵੀ ਮੇਰੀ ਗੱਲ ਸੁਣ ਲਾ, ਸੋ ਨਰਕ ਪਾਤੀ ਹੋਵਤ ਸੁਆਣ। ਜੇਕਰ ਉਹ ਤਖਤ ਉੱਤੇ ਬਹਿ ਕੇ, ਕੁਰਸੀ ਤੇ ਬਹਿ ਕੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਹੈ, ਤੇ ਯਾਦ ਰੱਖਿਓ ਅੱਜ ਦੇ ਉਹ ਹੁਕਮਰਾਨੋ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਨਰਕਪਾਤੀ, ਨਰਕਾਂ ਵਿੱਚ ਪੈਣ ਦਾ ਅਧਿਕਾਰੀ ਹੁੰਦਾ ਹੈ। ਸੁਆਣ ਤੇ ਸਤਿਗੁਰੂ ਕਹਿੰਦੇ ਨੇ ਉਹ ਕੁੱਤਾ ਬਣ ਜਾਂਦਾ, ਕੁੱਤਾ। ਹੁਣ ਬਚਨ ਗੁਰੂ ਦੇ ਨੇ। ਸੋ ਨਰਕਪਾਤੀ ਹੋਵਤ ਸੁਆਣ, ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ, ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾਵਾਰ ਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਉਹਨੂੰ ਕੁੱਤਾ ਆਖਿਆ ਜਿਹੜਾ ਹੁਕਮਰਾਨ ਗਲਤ ਫੈਸਲੇ ਕਰੇ। ਹੁਣ ਮੈਂ ਸਪਸ਼ਟ, ਮੈਂ ਤਾਂ ਨਹੀਂ ਮੂੰਹ ਕਹਿ ਰਿਹਾ। ਪੰਜਾਬ ਦੀ ਧਰਤੀ ਤੇ ਨਸ਼ੇ ਕਿੰਨੇ ਫੈਲਾਏ, ਪੰਜਾਬ ਦੀ ਨੌਜਵਾਨੀ ਨੂੰ ਗੰਦੇ ਪਾਸੇ ਕਿੰਨੇ ਤੋੜਿਆ, ਮਾੜੇ ਪਾਸੇ ਕਿੰਨੇ ਤੋੜਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਅਗਨ ਭੇਟ ਕਿੰਨੇ ਕਰਵਾਏ, ਬੇਅਦਬੀਆਂ ਕਿੰਨੇ ਕਰਵਾਈਆਂ। ਇਹੋ ਜਿਹੇ ਜਿਹੜੇ ਲੋਕ ਨੇ ਇਹ ਨਰਕਧਾਰੀ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਇਹੋ ਜਿਹੇ ਲੋਕ ਕੁੱਤੇ ਹੈ। ਤੇ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮੈਂ ਪੱਲਿਓਂ ਤੇ ਨਹੀਂ ਕਹਿ ਰਿਹਾ, ਕਿ ਇਹੋ ਜਿਹੇ ਲੋਕ ਜਿਹੜੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦੇ ਨੇ ਉਹ ਕੁੱਤਿਆਂ ਦੇ ਨਿਆਈ ਹੁੰਦੇ ਨੇ, ਤੇ ਉਹ ਨਰਕਾਂ ਵਿੱਚ ਹੀ ਪੈਂਦੇ ਨੇ। ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਫੁੱਲ ਨਹੀਂ ਉਹਨਾਂ ਦੇ ਗਲੇ ਵਿੱਚ ਪਾਏ ਜਿਹੜੇ ਇਦਾਂ ਦੇ ਕੰਮ ਕਰਦੇ ਨੇ। ਤੇ ਨਾ ਕੋਈ ਇਨਸਾਨ ਇਹੋ ਜਿਹੇ ਕੰਮ ਕਰਕੇ ਸੁਖੀ ਅੱਜ ਤੱਕ ਹੋਇਆ, ਤੇ ਨਾ ਕਿਸੇ ਨੇ ਆਉਣ ਵਾਲੇ ਸਮੇਂ 'ਚ ਹੋਣਾ। ਹੁਣ ਗੁਰਬਾਣੀ ਦਾ ਇੱਕ ਹੋਰ ਬਚਨ ਪੱਲੇ ਬੰਨ ਲਓ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ, ਜਿੱਥੇ ਸਤਿਗੁਰੂ ਕਹਿੰਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ, ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਗੱਲ ਤਾਂ ਸਪਸ਼ਟ ਹੈ, ਜੇ ਸਾਡੇ ਪੱਲੇ ਪਵੇ ਤੇ ਫੇਰ ਹੀ ਹੈ ਨਾ, ਸਾਡੇ ਤਾਂ ਪੱਲੇ ਨਹੀਂ ਪੈਂਦੀ ਸਤਿਗੁਰੂ ਦੀ ਗੱਲ।
ਅੱਗੇ ਸਤਿਗੁਰ ਕਹਿੰਦੇ ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਇਨਸਾਨ ਆਪਣੇ ਆਪ ਨੂੰ ਬਹੁਤ ਵੱਡਾ ਸੋਹਣਾ ਸੁਨੱਖਾ ਸਮਝੇ ਤੇ ਇਹਦੇ ਮਾਣ ਵਿੱਚ ਹੰਕਾਰ ਵਿੱਚ ਕੁਕਰਮ ਕਰੇ ਵੀ ਮੈਂ ਬੜਾ ਸੋਹਣਾ ਸੁਨੱਖਾ ਬੜਾ ਜੋਬਨਵੰਤ ਹਾਂ, ਵੀ ਮੈਂ ਕੁਝ ਵੀ ਕਰ ਸਕਦਾ। ਜੇ ਰੱਬ ਨੇ ਤੁਹਾਨੂੰ ਜਵਾਨੀ ਦਿੱਤੀ ਹੈ, ਰੱਬ ਨੇ ਤੁਹਾਨੂੰ ਸੋਹਣਾ ਬਣਾਇਆ, ਭਾਵੇਂ ਉਹ ਔਰਤ ਹੈ ਚਾਹੇ ਮਰਦ ਹੈ, ਉਹਦੇ ਤੋਂ ਚੰਗਾ ਕੰਮ ਵੀ ਕਰ ਸਕਦੇ ਹੋ। ਸੋਹਣੇ ਸੁਨੱਖੇ ਹੋ ਕੇ ਸਮਾਜ 'ਚ ਗੰਦ ਨਹੀਂ ਪਾਉਣਾ, ਵਿਸ਼ਟਾ ਨਹੀਂ ਫੈਲਾਉਣੀ, ਸਮਾਜ ਨੂੰ ਗੰਦਲਾ ਨਹੀਂ ਬਣਾਉਣਾ, ਆਪਣੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਦਾ ਪ੍ਰਦਰਸ਼ਨ ਨਹੀਂ ਕਰਨਾ। ਇਹ ਪੱਲੇ ਬੰਨਿਓ, ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਨਹੀਂ ਕਰਨਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੋ ਜਾਣੈ, ਜਿਹੜਾ ਬੰਦਾ ਆਪਣੇ ਆਪ ਨੂੰ, ਜਿਹੜਾ ਮਨੁੱਖ ਇਹ ਸਮਝੇ ਕਿ ਮੈਂ ਬੜਾ ਜੋਬਨਵੰਤ ਹਾਂ, ਜਵਾਨੀ ਦਾ ਮਾਲਕ ਹਾਂ, ਮੈਨੂੰ ਰੱਬ ਨੇ ਬੜਾ ਹੁਸਨਵਾਨ ਬਣਾਇਆ, ਸੋ ਹੋਵਤ ਬਿਸ਼ਟਾ ਕਾ ਜੰਤ, ਜੇਕਰ ਉਹ ਮੰਦੇ ਕਰਮ ਵੱਲ ਹੀ ਜੁੜ ਗਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ, ਕਿਉਂਕਿ ਉਹ ਸਦਾ ਵਿਸ਼ੇ ਵਿਕਾਰਾਂ ਦੇ ਗੰਦ ਵਿੱਚ ਪਿਆ ਰਹਿੰਦਾ ਤੇ ਜ਼ਿੰਦਗੀ ਆਪਣੀ ਨਰਕ ਬਣਾ ਲੈਂਦਾ ਹੈ। ਉਹ ਜ਼ਿੰਦਗੀ ਨਰਕ ਬਣਾ ਲੈਂਦਾ। ਜੇ ਤੁਹਾਨੂੰ, ਮੈਂ ਫਿਰ ਕਹਿ ਦੇਵਾਂ, ਜੇ ਵਾਹਿਗੁਰੂ ਨੇ ਨਾ ਤੁਹਾਨੂੰ ਸੋਹਣਾ ਸਰੂਪ ਦਿੱਤਾ ਹੈ, ਸੋਹਣੇ ਸੁਨੱਖੇ ਬਣਾਇਆ, ਤਾਂ ਇਹਦਾ ਚੰਗਾ ਫਾਇਦਾ ਲਓ, ਲਾਭ ਲਓ ਤੇ ਆਪਣੀ ਹੁਸਨ ਤੇ ਆਪਣੀ ਜਵਾਨੀ ਦਾ ਮਾਣ ਨਾ ਕਰੋ। ਨੂਰ ਜਹਾਂ ਵੀ ਬਹੁਤ ਸੋਹਣੀ ਸੁਨੱਖੀ ਸੀ, ਅੱਜ ਰਹੀ ਨਹੀਂ। ਰਹਿਣਾ ਤਾਂ ਕਿਸੇ ਨੇ ਵੀ ਨਹੀਂ, ਜਵਾਨੀ ਤਾਂ ਸਾਰਿਆਂ ਤੇ ਆਉਂਦੀ ਹੈ ਤੇ ਜਵਾਨੀ ਬਾਅਦ 'ਚ ਢਲ ਵੀ ਜਾਂਦੀ ਹੈ। ਗਈ ਜਵਾਨੀ ਝਲ ਮਸਤਾਨੀ ਲੰਮੀਆਂ ਲਾਂਘਾਂ ਭਰਦੀ, ਇਹ ਹਮੇਸ਼ਾ ਥੋੜ੍ਹੀ ਰਹਿੰਦੀ ਹੈ। ਨਾ ਜਵਾਨੀ ਰਹਿੰਦੀ ਹੈ ਨਾ ਬੁਢੇਪਾ ਰਹਿੰਦਾ ਹੈ। ਚਲੇ ਤਾਂ ਸਾਰੇ ਜਾਂਦੇ ਨੇ, ਮੌਤ ਸਾਰਿਆਂ ਨੂੰ ਆਉਣੀ, ਪਰ ਕਿਉਂ ਨਾ ਚੰਗੇ ਕੰਮ ਕੀਤੇ ਜਾਣ, ਮਾੜੇ ਕੰਮਾਂ ਵੱਲੋਂ ਆਪਣਾ ਜਿਹੜਾ ਉਹ ਪਰਹੇਜ਼ ਕਰਿਆ ਕਰੋ। ਆਪ ਸਕੋ ਕਰਮਵੰਤ ਕਹਾਵੈ, ਇੱਕ ਅਗਲੀ ਗੱਲ ਬੜੀ ਕਮਾਲ ਦੀ। ਕਈ ਲੋਕ ਐਸੇ ਹੁੰਦੇ ਨੇ ਚੰਗੇ ਕੰਮ ਕਰਦੇ ਪਰ ਉਹ ਫੂੰ ਵੀ ਉਹਨਾਂ ਵਿੱਚ ਬੜੀ ਹੁੰਦੀ ਹੈ, ਹੰਕਾਰ ਵਿੱਚ ਆ ਕੇ ਕਹਿੰਦੇ ਨੇ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ। ਜੇ ਤੁਸੀਂ ਚੰਗੇ ਕੰਮ ਕਰ ਰਹੇ ਹੋ, ਸਮਾਜ ਦਾ ਭਲਾ ਕਰ ਰਹੇ ਹੋ, ਚੰਗੇ ਕੰਮ ਵੱਲ ਜੁੜੇ ਹੋ, ਤੇ ਉਹ ਮੈਂ ਨਾ ਕਰਿਆ ਕਰੋ, ਹੰਕਾਰ ਵਿੱਚ ਨਾ ਆਇਆ ਕਰੋ। ਬਹੁਤ ਸਾਰੇ ਐਸੇ ਲੋਕ ਹੈ ਜਿਨ੍ਹਾਂ ਨੂੰ ਇਹ ਚਾਹ ਹੁੰਦਾ ਵੀ ਸਾਨੂੰ ਲੋਕ ਚੰਗਾ ਕਹਿਣ, ਵੀ ਮੈਂ ਚੰਗੇ ਕੰਮ ਕੀਤੇ, ਲੋਕ ਕਹਿਣ ਵੀ ਵਾਹ 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 ਵਾਹ, ਵੀ ਜੇ ਤੂੰ ਨਾ ਹੁੰਦਾ ਤੇ ਸ਼ਾਇਦ ਦੁਨੀਆ ਨਾ ਚੱਲਦੀ। ਗੁਰੂ ਅਰਜਨ ਸਾਹਿਬ ਦਾ ਫੈਸਲਾ ਸੁਣ ਲਓ। ਸਤਿਗੁਰ ਕਹਿੰਦੇ ਆਪ ਸਕੋ ਕਰਮਵੰਤ ਕਹਾਵੈ, ਜਿਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਹੰਕਾਰ ਵਿੱਚ ਰਹਿੰਦਾ ਰਾਤ ਦਿਨ ਵੀ ਮੈਂ ਵਾਂ ਤੇ ਤਾਂ ਹੀ ਸਭ ਕੁਝ ਹੋ ਰਿਹਾ, ਜੇ ਮੈਂ ਨਹੀਂ ਤੇ ਸਭ ਕੁਝ ਖਤਮ। ਸਤਿਗੁਰ ਕਹਿੰਦੇ ਜਨਮ ਮਰੈ ਬਹੁ ਜੁਨ ਭਰਮਾਵੈ, ਉਹ ਸਦਾ ਜੰਮਦਾ ਮਰਦਾ ਰਹਿੰਦਾ ਤੇ ਕਈ ਜੂਨਾਂ ਵਿੱਚ ਭਟਕਦਾ ਫਿਰਦਾ ਰਹਿੰਦਾ, ਕੋਈ ਕਦਰ ਨਹੀਂ। ਗੁਰੂ ਦਾ ਫੈਸਲਾ ਹੈ। ਸੋ ਇਸ ਲਈ ਜੇ ਸੇਵਾ ਕਰਦੇ ਹੋ, ਨਿਤਨੇਮ ਕਰਦੇ ਹੋ, ਚੰਗੇ ਕੰਮ ਕਰਦੇ ਹੋ, ਤਾਂ ਉਹਦਾ ਹੰਕਾਰ ਨਾ ਰੱਖੋ। ਮੈਂ ਤਾਂ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦਾ ਨਾ, ਉਹਨਾਂ ਵਰਗੇ ਬਣੋ। ਔਗਣ ਨਾ ਦੇਖੋ, ਗੁਣ ਦੇਖੋ। ਜੇ ਸੇਵਾ ਕੀਤੀ ਤਾਂ ਕਹਿ ਤਾ ਸਤਿਗੁਰ ਤੁਸੀਂ ਕਰਵਾਈ, ਤੁਸੀਂ ਕਰਵਾ ਰਹੇ। ਕੰਵਰ ਨੌ ਨਿਹਾਲ ਸਿੰਘ ਦਾ ਸਿਹਰਾ ਤਿਆਰ ਹੋਇਆ, ਇੰਨਾ ਬੇਸ਼ਕੀਮਤੀ ਸੀ ਕਿ ਉਹਨਾਂ ਨੂੰ ਲੱਗਾ ਵੀ ਇਹਦੇ ਸਿਰ 'ਤੇ ਨਹੀਂ, ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਹੋਣਾ ਚਾਹੀਦਾ, ਤੇ ਉੱਥੇ ਜਾ ਕੇ ਭੇਟਾ ਕਰੇ। ਇੱਦਾਂ ਦਾ ਰਾਜਾ ਕਿੱਥੇ ਸਾਨੂੰ ਮਿਲੇਗਾ ਦੁਨੀਆ 'ਚ? ਸਭ ਤੋਂ ਵਧੀਆ ਬੈਸਟ ਰਾਜਾ, ਸਭ ਤੋਂ ਵਧੀਆ ਰਾਜ ਭਾਗ ਚਲਾਉਣ ਵਾਲਾ, ਪੰਜਾਬ ਵਰਗੀ ਧਰਤੀ ਨੂੰ, ਪੰਜਾਬ ਦੇਸ਼ ਨੂੰ ਦੁਨੀਆ ਦੇ ਨਕਸ਼ੇ ਉੱਤੇ ਚਮਕਾਉਣ ਵਾਲਾ ਸਾਡਾ ਮਹਾਰਾਜਾ ਰਣਜੀਤ ਸਿੰਘ। ਇਹੋ ਜਿਹਾ ਬਹੁਤ ਮੁਸ਼ਕਲ ਹੈ ਕਿਤੇ ਮਿਲੇ। ਵਾਹਿਗੁਰੂ ਫਿਰ ਕਿਰਪਾ ਕਰੇ। ਧਨ ਭੂਮਿਕਾ ਜੋ ਕਰੇ ਗੁਮਾਨ, ਜਿਹੜਾ ਮਨੁੱਖ ਧਨ ਅਤੇ ਧਰਤੀ ਦੀ ਮਾਲਕੀ ਦਾ ਹੰਕਾਰ ਕਰਦਾ ਹੈ ਵੀ ਮੈਂ ਬਹੁਤ ਧਨਵਾਨ ਹਾਂ ਤੇ ਮੇਰੇ ਕੋਲ ਬਹੁਤ ਵੱਡੀ ਧਰਤੀ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਹੰਕਾਰ ਨਾ ਕਰਿਓ। ਧਰਤੀ ਤੁਹਾਡੀ ਜਿਹੜੀ ਹੈ ਤੁਹਾਡੀ ਨਹੀਂ ਹੈ। ਜੇ ਤੂੰ ਮਲ ਮਾਰ ਕੇ ਬੈਠਾ ਤੇ ਤੇਰੀ ਥੋੜ੍ਹੀ ਹੋ ਗਈ, ਇਸੇ ਧਰਤੀ ਦੇ ਵਿੱਚ ਇੱਕ ਦਿਨ ਤੂੰ ਦਫਨ ਹੋ ਜਾਣਾ। ਜਿਹੜਾ ਬੰਦਾ ਦੌਲਤ ਦਾ ਹੰਕਾਰ ਕਰੇ ਤੇ ਦੌਲਤ ਅਤੇ ਜ਼ਮੀਨ ਕਰਕੇ ਦੂਸਰਿਆਂ ਤੇ ਜ਼ੁਲਮ ਕਰੇ, ਸਤਿਗੁਰੂ ਕਹਿੰਦੇ ਸੋ ਮੂਰਖ ਅੰਧਾ ਅਗਿਆਨ, ਉਹ ਸਭ ਤੋਂ ਵੱਡਾ ਮੂਰਖ, ਅੰਨਾ ਅਤੇ ਬੜਾ ਜਾਹਿਲ ਭਾਵ ਅਗਿਆਨੀ ਹੁੰਦਾ ਹੈ। ਰੱਬ ਦੇ ਘਰ ਵਿੱਚ ਉਸ ਬੰਦੇ ਨੂੰ ਕੋਈ ਵੀ ਜਗ੍ਹਾ ਨਹੀਂ ਜਿਹੜਾ ਇਹੋ ਜਿਹਾ ਜੀਵਨ ਬਤੀਤ ਕਰਦਾ। ਕਿਹੜੇ ਚੱਕਰਾਂ ਦੇ ਵਿੱਚ ਆਪਾਂ ਪੈ ਜਾਂਦੇ ਹਾਂ। ਮੈਂ ਤਾਂ ਆਪਣੀ ਅੱਖੀਂ ਵੇਖਿਆ, 4% ਗਏ ਤੇ ਮਰ ਗਏ, 4% ਆਏ ਤੇ ਹੰਕਾਰ ਵਿੱਚ ਆ ਗਏ ਵੀ ਅਸੀਂ, ਸਾਡੇ ਕੋਲ ਜੀ ਬੜੀ ਦੌਲਤ ਹੈ, ਸਾਡੇ ਕੋਲ ਜੀ ਬੜੀ ਜ਼ਮੀਨ ਹੈ। ਫਿਰ ਤੇਰੀ ਜ਼ਮੀਨ ਹੈ, ਕੋਈ ਤੇ ਤੋਂ ਲੈ ਕੇ ਖਾ ਰਿਹਾ, ਮੰਗ ਕੇ ਖਾ ਰਿਹਾ, ਪਰ ਐਵੇਂ ਫੂੰ ਕਰਨਾ, ਹੰਕਾਰ ਵਿੱਚ ਆਈ ਫਿਰਨਾ ਵੀ ਮੇਰੇ ਕੋਲ ਜੋ ਇੰਨੀ ਜ਼ਮੀਨ ਹੈ, ਮੇਰੇ ਕੋਲ ਇੰਨੀ ਧਨ ਦੌਲਤ ਹੈ। ਖਾਣਾ ਤਾਂ ਤੂੰ ਵੀ ਮਿੱਤਰਾ 2 ਰੋਟੀਆਂ ਨੇ ਤੇ ਗਰੀਬ ਵੀ 2 ਰੋਟੀਆਂ ਖਾਂਦਾ।
ਫਿਰ ਕਾਹਦਾ ਹੰਕਾਰ ਕਰਨਾ। ਅਖੀਰ ਦਾ ਬਚਨ ਪੱਲੇ ਬੰਨ ਲਿਓ, ਜਿਸ ਕੈ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਅ, ਨਿਮਰਤਾ ਪ੍ਰਮਾਤਮਾ ਪਾ ਦੇ। ਭਾਵ ਕਿ ਜਦੋਂ ਅਸੀਂ ਨਿਮਰਤਾਵਾਨ ਹੁੰਦੇ ਹਾਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਇਹ ਤੇਰੀ ਮਿਹਰ ਹੋਈ ਕਿ ਤੂੰ ਸਾਡੇ ਵਿੱਚ ਨਿਮਰਤਾ ਵਰਗਾ ਪਿਆਰਾ ਜਿਹਾ ਗੁਣ ਪਾਇਆ। ਅਸੀਂ ਤਾਂ ਐਵੇਂ ਹੰਕਾਰੀ ਹੋ ਕੇ ਰਾਤ ਦਿਨ ਤੁਰੇ ਫਿਰਦੇ ਹਾਂ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਉਹਦਾ ਲੋਕ ਪਰਲੋਕ ਸਵਰ ਜਾਂਦਾ। ਇੱਥੇ ਵੀ ਸੁਖੀ ਅੱਗੇ ਵੀ ਸੁਖੀ, ਭਾਵ ਉਹਦਾ ਜਨਮ ਵੀ ਸੌਖਾ, ਉਹਦੀ ਮੌਤ ਵੀ ਸੌਖੀ। ਅਤੇ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ, ਉਹਦਾ ਅੰਦਰ ਵੀ ਸੁਖੀ, ਉਹਦਾ ਬਾਹਰ ਵੀ ਸੁਖੀ। ਇਹੀ ਤਾਂ ਆਪਾਂ ਚਾਹੁੰਦੇ ਹਾਂ। ਇੰਨੀ ਕੁ ਤਾਂ ਜ਼ਿੰਦਗੀ, ਹੋਰ ਕੀ ਸਾਨੂੰ ਚਾਹੀਦਾ। ਆਪਣੀ ਜ਼ਿੰਦਗੀ ਲੇਖੇ ਲਾ ਦਿਓ ਆਪਣੇ ਸਤਿਗੁਰੂ ਦੇ, ਆਪਣੀ ਜ਼ਿੰਦਗੀ ਲੇਖੇ ਲਾ ਦਿਓ ਆਪਣੇ ਸਤਿਗੁਰੂ ਦੇ। ਅਰਦਾਸ ਕਰੋ ਕਿ ਮਾਲਕਾ ਬਸ ਇਹੀ ਰਹਿਮਤ ਕਰੀ, ਇਹੀ ਕਿਰਪਾ ਕਰੀ ਕਿ ਤੇਰਾ ਨਾਮ ਜਪਦਿਆਂ, ਤੇਰੇ ਗੁਣ ਗਾਉਂਦਿਆਂ ਹੋਇਆਂ ਸਾਡੀ ਇਹ ਜਿਹੜੀ ਜ਼ਿੰਦਗੀ ਹੈ ਸਫਲ ਹੋ ਜਾਏ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰੋ ਜੀ। 12ਵੀਂ ਅਸ਼ਟਪਦੀ ਦਾ ਪਹਿਲਾ ਪਾਠ ਸਮਾਪਤ ਹੋਇਆ। ਆਉਣ ਵਾਲੇ ਸਮੇਂ 'ਚ ਵੀ ਮਾਲਕ ਕਿਰਪਾ ਕਰੇ, ਇਸ ਤਰ੍ਹਾਂ ਹੀ ਆਪਣੀ ਸੇਵਾ ਲੈਂਦੇ ਰਹੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।